ਜੀਵਨ ਬਿਰਤਾਂਤ ਬਾਬਾ ਬੁੱਢਾ ਜੀ। ਪੰਜਵਾਂ ਅੰਗ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦਿੱਲੀ ਆਉਣ ਦਾ ਹੁਕਮ। ਜਹਾਂਗੀਰ ਬਾਦਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦਿੱਲੀ ਮੰਗਵਾਉਣ ਲਈ ਆਪਣੇ ਅਹਿਲਕਾਰ ਅੰਮ੍ਰਿਤਸਰ ਭੇਜ ਦਿੱਤੇ। ਅਹਿਲਕਾਰਾਂ ਨੇ ਅੰਮ੍ਰਿਤਸਰ ਪਹੁੰਚ ਕੇ ਜਹਾਂਗੀਰ ਬਾਦਸ਼ਾਹ ਦਾ ਫਰਮਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਹੁੰਚਾ ਦਿੱਤਾ। ਜਹਾਂਗੀਰ ਬਾਦਸ਼ਾਹ ਦਾ ਫਰਮਾਨ ਮਿਲਦਿਆਂ ਹੀ ਸਿੱਖਾਂ 'ਚ ਖਬਰ ਫੈਲ ਗਈ ਕਿ ਬਾਦਸ਼ਾਹ ਨੇ ਗੁਰੂ ਸਾਹਿਬ ਨੂੰ ਦਿੱਲੀ ਬੁਲਾਇਆ। ਇਸ ਖਬਰ ਨਾਲ ਸਿੱਖ ਸੰਗਤਾਂ ਗਮਗੀਨ ਹੋ ਗਈਆਂ। ਸਾਰਿਆਂ ਦੇ ਮਨ 'ਚ ਤੌਖਲਾ ਸੀ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਬਾਦਸ਼ਾਹ ਨੇ ਲਾਹੌਰ ਬੁਲਾ ਕੇ ਚੰਦੂ ਹੱਥੋਂ ਸ਼ਹੀਦ ਕਰਵਾ ਦਿੱਤਾ ਸੀ ਤੇ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦਿੱਲੀ ਬੁਲਾਇਆ ਜਾ ਰਿਹਾ ਹੈ। ਕੀ ਪਤਾ ਹੈ ਕੀ ਭਾਣਾ ਵਾਪਰੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਾਤਾ ਗੰਗਾ ਜੀ ਤੇ ਹੋਰ ਸਿੱਖਾਂ ਨੂੰ ਧੀਰਜ ਦਿੱਤਾ ਤੇ ਕਿਹਾ, ਤੁਸੀਂ ਚਿੰਤਾ ਨਾ ਕਰੋ, ਅਕਾਲ ਪੁਰਖ ਸਾਡੇ ਅੰਗ ਸੰਗ ਹੈ, ਭਲੀ ਕਰੇਗਾ, ਅਸੀਂ ਜਲਦੀ ਵਾਪਸ ਮੁੜ ਆਵਾਂਗੇ। ਮਾਤਾ ਗੰਗਾ ਜੀ ਬਹੁਤ ਬੇਚੈਨ ਸਨ। ਮਾਤਾ ਜੀ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਕਿ ਬਾਬਾ ਜੀ ਇਹ ਕੀ ਭਾਣਾ ਵਾਪਰਨ ਲੱਗਾ ਹੈ, ਕੁਝ ਸਮਝ ਨਹੀਂ ਆ ਰਹੀ, ਮੈਨੂੰ ਬਾਦਸ਼ਾਹ ਦੀ ਨੀਅਤ ਠੀਕ ਨਹੀਂ ਜਾਪਦੀ। ਉਹ ਗੁਰੂ ਘਰ ਦੇ ਈਰਖਾਲੂਆਂ ਦੀ ਚਾਲ 'ਚ ਆ ਕੇ ਕਿਤੇ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਵੀ ਉਹੀ ਕੁਝ ਨਾ ਕਰ ਦੇ ਜੋ ਉਹਨੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਕੀਤਾ ਹੈ। ਬਾਬਾ ਬੁੱਢਾ ਜੀ ਨੇ ਵੀ ਮਾਤਾ ਗੰਗਾ ਜੀ ਨੂੰ ਧੀਰਜ ਦਿੱਤਾ ਤੇ ਕਿਹਾ, ਤੁਸੀਂ ਚਿੰਤਾ ਨਾ ਕਰੋ, ਜਹਾਂਗੀਰ ਬਾਦਸ਼ਾਹ ਹੁਣ ਉਹ ਗਲਤੀ ਨਹੀਂ ਦੁਹਰਾਏਗਾ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਾਲ ਵਿੰਗਾ ਵੀ ਨਹੀਂ ਹੋਏਗਾ। ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਸਮਝਾਉਣ ਦਾ ਭਰਪੂਰ ਯਤਨ ਕੀਤਾ, ਪਰ ਮਾਤਾ ਗੰਗਾ ਜੀ ਹਾਲੇ ਤੱਕ ਗੁਰੂ ਅਰਜਨ ਦੇਵ ਜੀ ਨਾਲ ਵਰਤੇ ਭਾਣੇ ਨੂੰ ਭੁਲਾ ਨਹੀਂ ਸਕੇ। ਉਹਨਾਂ ਦੀ ਇਹ ਦਸ਼ਾ ਵੇਖ ਕੇ ਸਭ ਸਿੱਖ ਵੀ ਦੁਖੀ ਹੋ ਰਹੇ ਸਨ। ਗੁਰੂ ਹਰਗੋਬਿੰਦ ਸਾਹਿਬ ਦਿੱਲੀ ਰਵਾਨਾ। ਬਾਬਾ ਬੁੱਢਾ ਜੀ ਨੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਹੇ ਪਾਤਸ਼ਾਹ, ਆਪ ਜੀ ਦਾ ਵਿਛੋੜਾ ਮਾਤਾ ਜੀ ਤੇ ਸਿੱਖ ਸੰਗਤਾਂ ਕਿਵੇਂ ਸਹਿਣ ਕਰਨਗੀਆਂ। ਕੋਈ ਐਸੀ ਜੁਗਤੀ ਦੱਸੋ ਜਿਸ ਨਾਲ ਸਾਡਾ ਸਿੱਖ ਸੰਗਤਾਂ ਦਾ ਤੇ ਮਾਤਾ ਜੀ ਦਾ ਮਨ ਸ਼ਾਂਤ ਹੋਵੇ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਬਾਬਾ ਜੀ ਆਪ ਜੀ ਤਾਂ ਪੂਰਨ ਪੁਰਖ ਹੋ, ਤੁਸੀਂ ਤਾਂ ਆਪ ਜੁਗਤੀਆਂ ਦੱਸਣ ਵਾਲੇ ਹੋ। ਫਿਰ ਵੀ ਜੇ ਆਪ ਨੇ ਪੁੱਛਿਆ ਤਾਂ ਇੰਜ ਕਰਨਾ ਕਿ ਰੋਜ਼ਾਨਾ ਸ਼ਾਮ ਨੂੰ ਰਹਿਰਾਸ ਸਾਹਿਬ ਦੀ ਸਮਾਪਤੀ ਤੋਂ ਬਾਅਦ ਸਭ ਸੰਗਤਾਂ ਨੂੰ ਇਕੱਠਾ ਕਰਕੇ ਸ਼ਬਦ ਕੀਰਤਨ ਕਰਿਆ ਕਰਨਾ। ਕੀਰਤਨ ਦੀ ਸਮਾਪਤੀ ਉਪਰੰਤ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਰਿਆ ਕਰਨੀ। ਵਾਹਿਗੁਰੂ ਜੀ ਭਲਾ ਕਰਨਗੇ। ਇੰਜ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਮੂਹ ਸੰਗਤਾਂ ਨੂੰ ਖੁਸ਼ੀਆਂ ਬਖਸ਼ ਕੇ ਤੇ ਕੁਝ ਸਿੱਖਾਂ ਨੂੰ ਨਾਲ ਲੈ ਕੇ ਦਿੱਲੀ ਵੱਲ ਰਵਾਨਾ ਹੋ ਗਏ। ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਬਦ ਚੌਂਕੀ ਆਰੰਭ ਕਰਨੀ। ਗੁਰੂ ਸਾਹਿਬ ਦੇ ਹੁਕਮ ਅਨੁਸਾਰ ਬਾਬਾ ਬੁੱਢਾ ਜੀ ਰੋਜ਼ਾਨਾ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦੇ ਪਾਠ ਦੀ ਸਮਾਪਤੀ ਤੋਂ ਬਾਅਦ ਸਭ ਸੰਗਤਾਂ ਨੂੰ ਇਕੱਠਿਆਂ ਕਰਕੇ ਸ਼ਬਦ ਕੀਰਤਨ ਕਰਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਦੇ ਅੰਮ੍ਰਿਤ ਸਰੋਵਰ ਦੀ ਪਰਿਕਰਮਾ ਕਰਦੇ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਅਰਦਾਸ ਕਰਦੇ। ਇਸ ਸ਼ਬਦ ਚੌਂਕੀ ਦੀ ਮਹਾਨਤਾ ਇੰਨੀ ਜ਼ਿਆਦਾ ਵੱਧ ਗਈ ਕਿ ਰੋਜ਼ਾਨਾ ਸ਼ਾਮ ਨੂੰ ਸੈਂਕੜਿਆਂ ਦੀ ਗਿਣਤੀ 'ਚ ਸਿੱਖ ਸੰਗਤਾਂ ਸ਼ਬਦ ਕੀਰਤਨ 'ਚ ਆ ਜੁੜਦੀਆਂ ਤੇ ਅਰਦਾਸਾਂ ਕਰਦੀਆਂ। ਬਾਬਾ ਬੁੱਢਾ ਜੀ ਵੱਲੋਂ ਚਲਾਈ ਸ਼ਬਦ ਚੌਂਕੀ ਦੀ ਇਹ ਮਰਿਆਦਾ ਹੁਣ ਤੱਕ ਵੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਾਰੀ ਹੈ। ਅਨੇਕਾਂ ਗੁਰਸਿੱਖ ਹੁਣ ਵੀ ਇਸ ਸ਼ਬਦ ਚੌਂਕੀ 'ਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ। ਹੌਲੀ ਹੌਲੀ ਸ਼ਬਦ ਚੌਂਕੀ ਦੀ ਲਹਿਰ ਪੂਰੇ ਪੰਜਾਬ 'ਚ ਫੈਲ ਗਈ। ਬਾਬਾ ਬੁੱਢਾ ਜੀ ਨੇ ਸ਼ਬਦ ਚੌਂਕੀਆਂ ਰਾਹੀਂ ਪੰਜਾਬ ਦੀਆਂ ਸੰਗਤਾਂ ਨੂੰ ਜਾਗਰਿਤ ਕਰਨ 'ਚ ਅਹਿਮ ਰੋਲ ਅਦਾ ਕੀਤਾ। ਬਾਬਾ ਬੁੱਢਾ ਜੀ ਨੇ ਇਹਨਾਂ ਚੌਂਕੀਆਂ ਰਾਹੀਂ ਸਿੱਖ ਸੰਗਤਾਂ ਨੂੰ ਜਥੇਬੰਦ ਕਰਕੇ ਉਤਸ਼ਾਹਿਤ ਕੀਤਾ ਤਾਂ ਜੋ ਸੰਗਤਾਂ ਨਿਰਾਸ਼ ਨਾ ਹੋ ਜਾਣ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦਿੱਲੀ ਪਹੁੰਚਣਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਦਿੱਲੀ ਮਜਨੂ ਦਾ ਟਿੱਲਾ ਵਿਖੇ ਟਿਕਾਣਾ ਕੀਤਾ। ਇਹ ਤੋਂ ਬਾਅਦ ਗੁਰੂ ਸਾਹਿਬ ਨੇ ਵਜ਼ੀਰ ਖਾਨ ਤੇ ਕਿੰਦ ਬੇਗ ਜੋ ਕਿ ਗੁਰੂ ਘਰ ਦੇ ਸ਼ਰਧਾਲੂ ਸਨ ਨੂੰ ਜਹਾਂਗੀਰ ਪਾਸ ਆਪਣੇ ਆਉਣ ਬਾਰੇ ਦੱਸਣ ਲਈ ਭੇਜ ਦਿੱਤਾ। ਇਸ ਸਮੇਂ ਗੁਰੂ ਸਾਹਿਬ ਦੀ ਦੁਨਿਆਵੀ ਉਮਰ ਲਗਭਗ 20 ਕੁ ਸਾਲ ਦੀ ਸੀ। ਆਪ ਜੀ ਦੇ ਸਰੀਰ ਦੀ ਸੁੰਦਰਤਾ ਤੇ ਡੀਲ ਡੌਲ ਬਾਰੇ ਜਾਣ ਕੇ ਜਹਾਂਗੀਰ ਦਾ ਹੌਸਲਾ ਨਹੀਂ ਸੀ ਪੈ ਰਿਹਾ ਕਿ ਸਤਿਗੁਰੂ ਨਾਲ ਕੋਈ ਵੈਰ ਵਿਰੋਧ ਦੀ ਗੱਲ ਕਰੇ। ਜਹਾਂਗੀਰ ਬਾਦਸ਼ਾਹ ਨੂੰ ਜਦੋਂ ਪਤਾ ਲੱਗਾ ਕਿ ਗੁਰੂ ਸਾਹਿਬ ਸ਼ਿਕਾਰ ਖੇਡਣਾ ਪਸੰਦ ਕਰਦੇ ਹਨ ਤਾਂ ਉਹ ਸ਼ਿਕਾਰ ਖੇਡਣ ਦੇ ਬਹਾਨੇ ਗੁਰੂ ਸਾਹਿਬ ਨੂੰ ਜੰਗਲ ਵੱਲ ਨੂੰ ਲੈ ਤੁਰਿਆ। ਗੁਰੂ ਸਾਹਿਬ ਨੇ ਅਨੇਕਾਂ ਖੂੰਖਾਰ ਜਾਨਵਰਾਂ ਤੇ ਸ਼ੇਰਾਂ ਦਾ ਸ਼ਿਕਾਰ ਖੇਡ ਕੇ ਆਪਣੀ ਬਹਾਦਰੀ ਦਾ ਨਮੂਨਾ ਜਹਾਂਗੀਰ ਨੂੰ ਦਿਖਾਇਆ ਤਾਂ ਜਹਾਂਗੀਰ ਬਾਦਸ਼ਾਹ ਹੋਰ ਵੀ ਡਰ ਗਿਆ। ਹੁਣ ਜਹਾਂਗੀਰ ਬਾਦਸ਼ਾਹ ਨੂੰ ਲੱਗਣ ਲੱਗ ਪਿਆ ਸੀ ਕਿ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸਿੱਧੀ ਟੱਕਰ ਨਹੀਂ ਲੈ ਸਕਦਾ।
ਇਸ ਲਈ ਉਹ ਕੋਈ ਵਿਉਂਤ ਬਣਾ ਕੇ ਗੁਰੂ ਸਾਹਿਬ ਜੀ ਦੀ ਸ਼ਕਤੀ ਨੂੰ ਰੋਕਣਾ ਚਾਹੁੰਦਾ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੰਦੀ ਬਣਾਉਣਾ। ਇੱਕ ਦਿਨ ਜਹਾਂਗੀਰ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ਼ਿਕਾਰ ਖੇਡਣ ਲਈ ਆਗਰੇ ਵੱਲ ਲੈ ਗਿਆ। ਉੱਥੇ ਪਹੁੰਚ ਕੇ ਬਾਦਸ਼ਾਹ ਬਹੁਤ ਬਿਮਾਰ ਹੋ ਗਿਆ। ਉਹਨੇ ਨਜੂਮੀਆਂ ਨੂੰ ਇਹਦਾ ਹਾਲ ਪੁੱਛਿਆ ਤਾਂ ਇੱਕ ਨਜੂਮੀਆਂ, ਜਿਹਨੂੰ ਦੁਸ਼ਟ ਚੰਦੂ ਨੇ ਪਹਿਲਾਂ ਹੀ ਪੈਸੇ ਦੇ ਕੇ ਆਪਣੇ ਵੱਲ ਕੀਤਾ ਹੋਇਆ ਸੀ, ਕਹਿਣ ਲੱਗਾ ਕਿ ਜੇ ਕੋਈ ਪਵਿੱਤਰ ਆਤਮਾ ਕਿਸੇ ਇਕਾਂਤ ਅਸਥਾਨ 'ਤੇ ਬੈਠ ਕੇ 40 ਦਿਨ ਬੰਦਗੀ ਕਰੇ ਤਾਂ ਤੁਸੀਂ ਠੀਕ ਹੋ ਸਕਦੇ ਹੋ। ਨਜੂਮੀਏ ਦੀ ਇਹ ਸਲਾਹ ਜਹਾਂਗੀਰ ਨੂੰ ਬਹੁਤ ਪਸੰਦ ਆਈ। ਉਹਨੂੰ ਇੰਝ ਲੱਗਾ ਜਿਵੇਂ ਕਿ ਇੱਕ ਤੀਰ ਨਾਲ 2 ਨਿਸ਼ਾਨੇ ਲੱਗ ਰਹੇ ਹੋਣ। ਇੱਕ ਤਾਂ ਉਹ ਆਪ ਠੀਕ ਹੋ ਜਾਏਗਾ, ਦੂਸਰਾ ਗੁਰੂ ਸਾਹਿਬ ਦੇ ਕਿਲ੍ਹੇ ਅੰਦਰ ਜਾਣ ਨਾਲ ਉਹਨਾਂ ਪਾਸੋਂ ਕੋਈ ਖਤਰਾ ਵੀ ਨਹੀਂ ਰਹੇਗਾ। ਇਹ ਸੋਚ ਕੇ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਮੇਰੀ ਸਿਹਤ ਠੀਕ ਨਹੀਂ ਰਹਿੰਦੀ। ਮੈਨੂੰ ਨਜੂਮੀਆ ਨੇ ਕਿਹਾ ਕਿ ਜੇ ਕੋਈ ਮਹਾਂਪੁਰਸ਼ ਤੁਹਾਡੀ ਸਿਹਤਯਾਬੀ ਲਈ 40 ਦਿਨ ਬੰਦਗੀ ਕਰੇ ਤੁਸੀਂ ਠੀਕ ਹੋ ਸਕਦੇ ਹੋ, ਅਤੇ ਜੇ ਤੁਸੀਂ ਗਵਾਲੀਅਰ ਦੇ ਕਿਲ੍ਹੇ 'ਚ ਰਹਿ ਕੇ ਮੇਰੇ ਲਈ 40 ਦਿਨ ਬੰਦਗੀ ਕਰੋ ਅਤੇ ਮੇਰੀ ਦੇਹ ਅਰੋਗਤਾ ਲਈ ਦੁਆ ਕਰੋ ਤਾਂ ਮੈਂ ਆਪ ਜੀ ਦਾ ਸ਼ੁਕਰਗੁਜ਼ਾਰ ਹੋਵਾਂਗਾ। ਗੁਰੂ ਹਰਗੋਬਿੰਦ ਸਾਹਿਬ ਜੀ ਘਟ ਕੇ ਅੰਤਰ ਕੀ ਜਾਣਤ ਜਹਾਂਗੀਰ ਬਾਦਸ਼ਾਹ ਦੀਆਂ ਚਾਲਾਂ ਸਮਝਦੇ ਸੀ, ਪਰ ਇਹ ਸੋਚ ਕੇ ਕਿ ਇੰਜ ਕਰਨ ਨਾਲ ਹੋਰ ਬੰਦੀ ਰਾਜਿਆਂ ਦਾ ਵੀ ਭਲਾ ਹੋਏਗਾ, ਗੁਰੂ ਸਾਹਿਬ ਨੇ ਜਹਾਂਗੀਰ ਬਾਦਸ਼ਾਹ ਦੀ ਗੱਲ ਮੰਨ ਲਈ। ਇਸ ਕਿਲ੍ਹੇ 'ਚ ਜਹਾਂਗੀਰ ਬਾਦਸ਼ਾਹ ਨੇ ਕਈ ਹੋਰ ਹਿੰਦੂ ਰਾਜਿਆਂ ਨੂੰ ਕੈਦ ਕੀਤਾ ਸੀ। ਉਹ ਲੰਮੇ ਸਮੇਂ ਤੋਂ ਕੈਦ ਵਿੱਚ ਪਏ ਕਸ਼ਟ ਸਹਿ ਰਹੇ ਸਨ। ਉਹਨਾਂ ਦੀ ਕੂਕ ਪੁਕਾਰ ਸੁਣਨ ਵਾਲਾ ਕੋਈ ਨਹੀਂ ਸੀ। ਇਸੇ ਕਿਲ੍ਹੇ 'ਚ ਜਹਾਂਗੀਰ ਬਾਦਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਕੈਦ ਕਰ ਦਿੱਤਾ। ਜਹਾਂਗੀਰ ਬਾਦਸ਼ਾਹ ਨੇ ਕਿਲ੍ਹੇ ਦੇ ਦਰੋਗੇ ਹਰੀਦਾਸ ਨੂੰ ਹੁਕਮ ਕਰ ਦਿੱਤਾ ਕਿ ਮੇਰੇ ਹੁਕਮ ਤੋਂ ਬਿਨਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਬਾਹਰ ਨਹੀਂ ਕੱਢਣਾ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਿਲ੍ਹੇ 'ਚ ਨਜ਼ਰਬੰਦ ਹੋਣ ਦੀ ਖਬਰ ਸਭ ਪਾਸੇ ਫੈਲ ਗਈ। ਅੰਮ੍ਰਿਤਸਰ ਦੀਆਂ ਸੰਗਤਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ। ਸਭ ਦੇ ਮਨ ਉਦਾਸ ਹੋ ਗਏ। ਮਾਤਾ ਗੰਗਾ ਜੀ ਬਹੁਤ ਚਿੰਤਤ ਹੋ ਗਏ। ਬਾਬਾ ਬੁੱਢਾ ਜੀ ਨੇ ਸਭ ਨੂੰ ਧੀਰਜ ਦਿੱਤਾ ਤੇ ਕਿਹਾ, ਅਕਾਲ ਪੁਰਖ 'ਤੇ ਭਰੋਸਾ ਰੱਖੋ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੋ, ਗੁਰੂ ਨਾਨਕ ਸਾਹਿਬ ਭਲੀ ਕਰਨਗੇ। ਗਵਾਲੀਅਰ ਦੇ ਕਿਲ੍ਹੇ ਦਾ ਹਾਲ। ਇੱਧਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਲ੍ਹੇ 'ਚ ਸਤਸੰਗ ਦੀ ਲਹਿਰ ਚਲਾ ਦਿੱਤੀ। ਕਿਲ੍ਹੇ ਦਾ ਦਰੋਗਾ ਹਰੀਦਾਸ ਬੜਾ ਨੇਕ ਪੁਰਸ਼ ਸੀ। ਉਹ ਸਤਿਗੁਰੂ ਦੇ ਦੀਦਾਰ ਕਰਕੇ ਬਹੁਤ ਪ੍ਰਸੰਨ ਹੁੰਦਾ ਸੀ। ਹੌਲੀ ਹੌਲੀ ਉਹ ਗੁਰੂ ਘਰ ਦਾ ਸ਼ਰਧਾਲੂ ਬਣ ਗਿਆ ਸੀ। ਉਹ ਹਰ ਸਮੇਂ ਆਪ ਜੀ ਦੀ ਸੇਵਾ 'ਚ ਹਾਜ਼ਰ ਰਹਿੰਦਾ ਸੀ ਅਤੇ ਵੱਧ ਤੋਂ ਵੱਧ ਸੇਵਾ ਕਰਨ ਦਾ ਯਤਨ ਕਰਦਾ ਸੀ। ਜਿਵੇਂ ਜਿਵੇਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਕਿਲ੍ਹੇ 'ਚ ਨਜ਼ਰਬੰਦ ਹੋਣ ਦੀ ਖਬਰ ਪਹੁੰਚੀ, ਉਹ ਦਰਸ਼ਨ ਕਰਨ ਲਈ ਆਉਣੀਆਂ ਸ਼ੁਰੂ ਹੋ ਗਈਆਂ। ਪਰ ਆਈ ਸੰਗਤ ਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਕਿਲ੍ਹੇ ਅੰਦਰ ਜਾਣ ਦੀ ਖੁੱਲ੍ਹ ਨਹੀਂ ਸੀ। ਇਸ ਲਈ ਉਹ ਬਾਹਰੋਂ ਹੀ ਕਿਲ੍ਹੇ ਨੂੰ ਨਮਸਕਾਰ ਕਰਦੀਆਂ, ਮੱਥਾ ਟੇਕਦੀਆਂ ਵਾਪਸ ਚਲੀਆਂ ਜਾਂਦੀਆਂ। ਪਰ ਕਿਲ੍ਹੇ ਅੰਦਰ ਸਤਸੰਗ ਦਾ ਪ੍ਰਵਾਹ ਨਿਰੰਤਰ ਚੱਲਦਾ ਰਹਿੰਦਾ ਸੀ। ਕੈਦ 'ਚ ਪਏ ਹਿੰਦੂ ਰਾਜੇ ਜਿਹੜੇ ਪਹਿਲਾਂ ਨਿਰਾਸ਼ 'ਚ ਰਹਿੰਦੇ ਸੀ, ਉਹ ਹੁਣ ਖੁਸ਼ ਰਹਿਣ ਲੱਗ ਪਏ। ਕਿਲ੍ਹੇ 'ਚ ਕੰਮ ਕਰਨ ਵਾਲੇ ਕਰਮਚਾਰੀ ਵੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਹੁਤ ਸਤਿਕਾਰ ਕਰਦੇ ਸਨ। ਬਾਬਾ ਬੁੱਢਾ ਜੀ ਗਵਾਲੀਅਰ ਰਵਾਨਾ। ਇਸ ਤਰ੍ਹਾਂ ਸਤਸੰਗ ਦੇ ਸ਼ੁਭ ਵਿਚਾਰਾਂ ਕਰਦਿਆਂ 40 ਦਿਨ ਬੀਤ ਗਏ। ਜਹਾਂਗੀਰ ਬਾਦਸ਼ਾਹ ਵੱਲੋਂ ਸਤਿਗੁਰੂ ਦੀ ਰਿਹਾਈ ਦਾ ਕੋਈ ਫਰਮਾਨ ਨਾ ਆਇਆ। ਬਾਦਸ਼ਾਹ ਜਾਣਬੁੱਝ ਕੇ ਅਵੇਸਲਾ ਹੋ ਗਿਆ। ਉਹਨੇ ਸੋਚਿਆ, ਜਿਵੇਂ ਹਿੰਦੂ ਰਾਜੇ ਕਈ ਸਾਲਾਂ ਤੋਂ ਕਿਲ੍ਹੇ 'ਚ ਕੈਦ ਹੋਏ ਦੁੱਖ ਭੋਗ ਰਹੇ ਹਨ, ਇੰਝ ਹੀ ਗੁਰੂ ਸਾਹਿਬ ਵੀ ਕਿਲ੍ਹੇ 'ਚ ਬੰਦੀ ਬਣ ਕੇ ਪਏ ਰਹਿਣਗੇ। ਹੌਲੀ ਹੌਲੀ ਸਮਾਂ ਬੀਤਦਾ ਗਿਆ। ਲਗਭਗ 2 ਸਾਲ ਬੀਤ ਜਾਣ ਤੋਂ ਬਾਅਦ ਜਦ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਰਿਹਾ ਨਾ ਕੀਤਾ ਗਿਆ, ਸਿੱਖ ਸੰਗਤਾਂ ਤੇ ਮਾਤਾ ਗੰਗਾ ਜੀ ਨੂੰ ਬਹੁਤ ਚਿੰਤਾ ਹੋਈ। ਸਭ ਨੇ ਮਿਲ ਕੇ ਬਾਬਾ ਬੁੱਢਾ ਜੀ ਅੱਗੇ ਬੇਨਤੀ ਕੀਤੀ ਕਿ ਬਾਬਾ ਜੀ, ਗੁਰੂ ਸਾਹਿਬ ਨੂੰ ਇੱਥੋਂ ਗਿਆ ਬਹੁਤ ਸਮਾਂ ਹੋ ਗਿਆ। ਜਹਾਂਗੀਰ ਬਾਦਸ਼ਾਹ ਨੇ ਉਹਨਾਂ ਨੂੰ ਕਿਲ੍ਹੇ 'ਚ ਨਜ਼ਰਬੰਦ ਕੀਤਾ। ਸਾਨੂੰ ਅਵੇਸਲੇ ਨਹੀਂ ਹੋਣਾ ਚਾਹੀਦਾ। ਗੁਰੂ ਸਾਹਿਬ ਦੀ ਰਿਹਾਈ ਲਈ ਯਤਨ ਕਰਨੇ ਚਾਹੀਦੇ ਹੈ। ਬਾਬਾ ਬੁੱਢਾ ਜੀ ਨੇ ਸਭ ਨੂੰ ਧੀਰਜ ਦੇਣ ਦਾ ਯਤਨ ਕੀਤਾ, ਪਰ ਸੰਗਤਾਂ ਨੂੰ ਹੁਣ ਚੈਨ ਨਹੀਂ ਸੀ ਪੈ ਰਿਹਾ। ਅਖੀਰ ਸੰਗਤਾਂ ਦਾ ਹੁਕਮ ਮੰਨਦੇ ਹੋਏ ਬਾਬਾ ਬੁੱਢਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕੁਝ ਸਿੱਖਾਂ ਨੂੰ ਨਾਲ ਲੈ ਕੇ ਗਵਾਲੀਅਰ ਵੱਲ ਚੱਲ ਪਏ। ਦਿੱਲੀ ਪਹੁੰਚ ਕੇ ਮਜਨੂ ਦੇ ਟਿੱਲੇ ਡੇਰਾ ਕੀਤਾ। ਜਹਾਂਗੀਰ ਬਾਦਸ਼ਾਹ ਨੂੰ ਅਹਿਸਾਸ ਕਰਾਉਣਾ। ਜਹਾਂਗੀਰ ਬਾਦਸ਼ਾਹ ਨੂੰ ਉਸ ਵੇਲੇ ਕੀਤੇ ਗਏ ਘੋਰ ਪਾਪ, ਗੁਰੂ ਅਰਜਨ ਦੇਵ ਜੀ ਨੂੰ ਬਿਨਾਂ ਕਿਸੇ ਕਾਰਨ ਸ਼ਹੀਦ ਕਰਨਾ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਿਨਾਂ ਕਿਸੇ ਕਾਰਨ ਕਿਲ੍ਹੇ 'ਚ ਕੈਦ ਕਰਕੇ ਰੱਖਣਾ ਦਾ ਅਹਿਸਾਸ ਕਰਾਉਣ ਸੰਬੰਧੀ ਬਹੁਤ ਸਾਰੇ ਇਤਿਹਾਸਕਾਰਾਂ ਵੱਲੋਂ ਲਿਖੀਆਂ ਵੱਖ-ਵੱਖ ਸਾਖੀਆਂ ਪ੍ਰਚਲਿਤ ਹਨ। ਪਰ ਅਸਲ ਗੱਲ ਇਹੀ ਜਾਪਦੀ ਹੈ ਕਿ ਬਾਦਸ਼ਾਹ ਸਖਤ ਦਬਾਅ ਹੇਠਾਂ ਸੀ। ਉਹਨੂੰ ਆਪਣੇ ਝੂਠੇ ਵਾਅਦਿਆਂ ਕਰਕੇ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ। ਜ਼ੁਲਮਾਂ ਦੇ ਭਾਰ ਕਾਰਨ ਰਾਤ ਨੂੰ ਕਦੇ ਸ਼ੇਰ ਉਹਨੂੰ ਡਰਾਉਂਦਾ, ਕਦੇ ਕੋਈ ਹੋਰ। ਵੱਖ-ਵੱਖ ਨਿਆਂ ਪਸੰਦ ਲੋਕਾਂ, ਵਿਸ਼ੇਸ਼ ਕਰਕੇ ਸਾਈਂ ਮੀਆਂ ਮੀਰ ਤੇ ਵਜ਼ੀਰ ਖਾਂ ਜਿਹੇ ਗੁਰੂ ਘਰ ਦੇ ਸ਼ਰਧਾਲੂਆਂ ਨੇ ਜਹਾਂਗੀਰ ਨੂੰ ਸਲਾਹ ਦਿੱਤੀ ਕਿ ਉਹਦੇ ਰਾਜ ਲਈ ਇਹ ਸ਼ੁਭ ਨਹੀਂ ਹੈ। ਉਹ ਗੁਰੂ ਹਰਗੋਬਿੰਦ ਸਾਹਿਬ ਜੀ ਵਰਗੀ ਰੂਹਾਨੀ ਸ਼ਖਸੀਅਤ ਨੂੰ ਕੈਦ ਕਰਕੇ ਰੱਖੇ। ਇਹਨਾਂ ਸਭ ਉਪਰਾਲਿਆਂ ਤੋਂ ਬਾਅਦ ਬਾਬਾ ਬੁੱਢਾ ਜੀ ਸਾਹਿਬ ਦੀ
ਬਾਬਾ ਬੁੱਢਾ ਜੀ ਸਾਹਿਬ ਦੀ ਜੁਗਤ ਕਾਰਜਸ਼ੀਲ ਸੀ। ਬਾਬਾ ਬੁੱਢਾ ਜੀ ਨੇ ਭਾਈ ਜੇਠਾ ਜੀ ਨੂੰ ਨਜ਼ੂਮੀ ਬਣਾ ਕੇ ਜਹਾਂਗੀਰ ਪਾਸ ਭੇਜਿਆ। ਜਹਾਂਗੀਰ ਬਾਦਸ਼ਾਹ ਦੇ ਪੁੱਛਣ 'ਤੇ ਭਾਈ ਜੇਠਾ, ਜੋ ਕਿ ਨਜ਼ੂਮੀ ਦੇ ਰੂਪ 'ਚ ਦਰਬਾਰ 'ਚ ਗਏ ਸੀ, ਆਖਣ ਲੱਗੇ, ਬਾਦਸ਼ਾਹ, ਤੇਰੇ ਕੋਲੋਂ ਕੋਈ ਵੱਡਾ ਘੋਰ ਪਾਪ ਹੋਇਆ। ਤੂੰ ਕਿਸੇ ਬਹੁਤ ਵੱਡੇ ਮਹਾਂਪੁਰਸ਼ ਨਾਲ ਧੋਖਾ ਕੀਤਾ ਹੈ, ਉਹਨੂੰ ਕੈਦ ਕੀਤਾ ਹੈ, ਜਿਸ ਕਰਕੇ ਉਹ ਸ਼ੇਰ ਤੈਨੂੰ ਡਰਾ ਰਿਹਾ ਹੈ। ਬਾਦਸ਼ਾਹ ਦੇ ਪੁੱਛਣ 'ਤੇ ਕਿ ਬਿਪਤਾ ਕਿਵੇਂ ਟਲ ਸਕਦੀ ਹੈ, ਭਾਈ ਜੇਠਾ ਜੀ, ਜੋ ਕਿ ਨਜ਼ੂਮੀਏ ਦੇ ਰੂਪ 'ਚ ਸੀ, ਕਹਿਣ ਲੱਗੇ, ਇਸ ਕਸ਼ਟ ਤੋਂ ਬਚਣ ਦਾ ਇੱਕੋ ਇੱਕ ਉਪਾਅ ਹੈ ਕਿ ਤੂੰ ਉਸ ਮਹਾਂਪੁਰਸ਼ ਨੂੰ ਤੁਰੰਤ ਰਿਹਾ ਕਰ ਦੇ, ਨਹੀਂ ਤਾਂ ਇਹ ਸ਼ੇਰ ਤੈਨੂੰ ਮਾਰ ਦੇਗਾ। ਨਜ਼ੂਮੀਏ ਮਤਲਬ ਭਾਈ ਜੇਠਾ ਜੀ ਪਾਸੋਂ ਇਹ ਸਾਰੀਆਂ ਗੱਲਾਂ ਸੁਣ ਕੇ ਜਹਾਂਗੀਰ ਬਾਦਸ਼ਾਹ ਕੰਬ ਉੱਠਿਆ। ਹੁਣ ਬਾਦਸ਼ਾਹ ਨੂੰ ਸਮਝ ਲੱਗ ਗਈ ਸੀ ਕਿ ਉਹ ਕਿੰਨਾ ਵੱਡਾ ਅਪਰਾਧ ਕਰ ਬੈਠਾ ਹੈ। ਉਹਨੂੰ ਕੀਤੇ ਗਏ ਪਾਪਾਂ ਦੀ ਸਜ਼ਾ ਮਿਲੇਗੀ। ਪਾਪਾਂ ਦੀ ਸਜ਼ਾ ਤੋਂ ਬਚਣ ਲਈ ਜਹਾਂਗੀਰ ਬਾਦਸ਼ਾਹ ਨੇ ਤੁਰੰਤ ਗਵਾਲੀਅਰ ਦੇ ਕਿਲ੍ਹੇ ਨੂੰ ਹੁਕਮ ਜਾਰੀ ਕਰ ਦਿੱਤਾ ਕਿ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤੁਰੰਤ ਰਿਹਾ ਕਰਕੇ ਸਤਿਕਾਰ ਸਹਿਤ ਦਿੱਲੀ ਭੇਜਣ ਦਾ ਪ੍ਰਬੰਧ ਕੀਤਾ ਜਾਏ। ਗਵਾਲੀਅਰ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨੇ। ਜਹਾਂਗੀਰ ਬਾਦਸ਼ਾਹ ਦਾ ਹੁਕਮ ਸੁਣ ਕੇ ਸਾਰੇ ਸਿੱਖ ਬਹੁਤ ਪ੍ਰਸੰਨ ਹੋਏ। ਬਾਬਾ ਬੁੱਢਾ ਜੀ ਤੇ ਹੋਰ ਸਿੱਖ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਵਾਗਤ ਕਰਨ ਲਈ ਗਵਾਲੀਅਰ ਵੱਲ ਰਵਾਨਾ ਹੋ ਗਏ। ਗਵਾਲੀਅਰ ਕਿਲ੍ਹੇ ਤੋਂ ਬਾਹਰ ਨਿਕਲਦਿਆਂ ਗੁਰੂ ਸਾਹਿਬ ਨੇ ਦੇਖਿਆ ਬਾਬਾ ਬੁੱਢਾ ਜੀ ਦੀ ਅਗਵਾਈ 'ਚ ਬੇਅੰਤ ਸੰਗਤਾਂ ਦਰਸ਼ਨ ਕਰਨ ਲਈ ਖੜੀਆਂ ਹਨ। ਬਾਬਾ ਬੁੱਢਾ ਜੀ ਤੇ ਸਮੂਹ ਸਿੱਖ ਸੰਗਤਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਸੀਸ ਝੁਕਾ ਕੇ ਗੁਰੂ ਸਾਹਿਬ ਜੀ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ। ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਜੀ ਨੂੰ ਦੇਖ ਕੇ ਕਹਿਣ ਲੱਗੇ, ਬਾਬਾ ਜੀ, ਤੁਸੀਂ ਇੰਨੀ ਖੇਚਲ ਕਰਕੇ ਕਿਉਂ ਆਏ ਹੋ? ਅੱਗੋਂ ਬਾਬਾ ਬੁੱਢਾ ਜੀ ਕਹਿਣ ਲੱਗੇ, ਸਤਿਗੁਰੂ ਜੀ, ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਸਮੂਹ ਸੰਗਤਾਂ ਦੇ ਮਨ ਉਦਾਸ ਹੋ ਗਏ ਹਨ। ਮਾਤਾ ਗੰਗਾ ਜੀ ਵੀ ਬੜੀ ਚਿੰਤਾ ਕਰ ਰਹੇ ਸਨ। ਉਹਨਾਂ ਦੇ ਹੁਕਮਾਂ ਨਾਲ ਹੀ ਮੈਂ ਆਪ ਜੀ ਦੇ ਚਰਨਾਂ 'ਚ ਹਾਜ਼ਰ ਹੋਇਆ। ਗੁਰੂ ਹਰਗੋਬਿੰਦ ਸਾਹਿਬ ਜੀ 52 ਹਿੰਦੂ ਰਾਜਿਆਂ ਨੂੰ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਗਵਾਲੀਅਰ ਦੇ ਕਿਲ੍ਹੇ 'ਚੋਂ ਆਜ਼ਾਦ ਕਰਵਾਇਆ ਸੀ, ਨਾਲ ਲੈ ਕੇ ਦਿੱਲੀ ਪਹੁੰਚ ਗਏ। ਸਤਿਗੁਰੂ ਜੀ ਦੇ ਕਹਿਣ 'ਤੇ ਬਾਦਸ਼ਾਹ ਨੇ ਸਭ ਰਾਜਿਆਂ ਨੂੰ ਘੋੜੇ ਤੇ ਬਸਤਰ ਆਦਿ ਦਿੱਤੇ। ਉਹਨਾਂ ਦੇ ਰਾਜ ਵੀ ਉਹਨਾਂ ਨੂੰ ਵਾਪਸ ਕਰ ਦਿੱਤੇ। ਸਾਰੇ ਰਾਜੇ ਗੁਰੂ ਜਸ ਕਰਦੇ ਹੋਏ ਆਪੋ ਆਪਣੀਆਂ ਰਿਆਸਤਾਂ ਵੱਲ ਨੂੰ ਚਲੇ ਗਏ। ਜਹਾਂਗੀਰ ਬਾਦਸ਼ਾਹ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਕੁਝ ਦਿਨ ਆਪਣੇ ਕੋਲ ਦਿੱਲੀ 'ਚ ਹੀ ਰੱਖਿਆ ਤੇ ਕੁਝ ਦਿਨ ਦਿੱਲੀ ਰਹਿ ਕੇ ਫਿਰ ਸਤਿਗੁਰੂ ਜੀ ਸ੍ਰੀ ਅੰਮ੍ਰਿਤਸਰ ਵੱਲ ਚੱਲ ਪਏ। ਰਸਤੇ 'ਚ ਸੰਗਤਾਂ ਨੂੰ ਦਰਸ਼ਨ ਦਿੰਦੇ ਹੋਏ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਗਏ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਵਾਗਤ ਲਈ ਅੰਮ੍ਰਿਤਸਰ ਸਾਹਿਬ ਪਹੁੰਚਣਾ। ਬਾਬਾ ਬੁੱਢਾ ਜੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਵਾਗਤ ਕਰਨ ਲਈ ਪਹਿਲਾਂ ਹੀ ਅੰਮ੍ਰਿਤਸਰ ਸਾਹਿਬ ਪਹੁੰਚ ਗਏ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਣ 'ਤੇ ਉਹਨਾਂ ਦਾ ਭਰਪੂਰ ਸਵਾਗਤ ਕੀਤਾ ਗਿਆ। ਖੁਸ਼ੀਆਂ ਮਨਾਈਆਂ ਗਈਆਂ, ਮਠਿਆਈਆਂ ਵੰਡੀਆਂ ਗਈਆਂ, ਦੀਪਮਾਲਾ ਕੀਤੀ ਗਈ। ਮਾਤਾ ਗੰਗਾ ਜੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਨਗਰ ਨਿਵਾਸੀ ਬਹੁਤ ਪ੍ਰਸੰਨ ਸੀ। ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ, ਉਸ ਦਿਨ ਨੂੰ ਬੰਦੀ ਛੋੜ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ। ਬੰਦੀ ਛੋੜ ਦਿਵਸ ਦੇ ਮੌਕੇ 'ਤੇ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੀਤੀ ਜਾਂਦੀ ਦੀਪਮਾਲਾ ਤੇ ਆਤਿਸ਼ਬਾਜ਼ੀ ਦਾ ਦ੍ਰਿਸ਼ ਦੇਖਣ ਯੋਗ ਹੁੰਦਾ ਹੈ। ਸਭ ਸਿੱਖ ਸੰਗਤਾਂ 'ਚ ਬਾਬਾ ਬੁੱਢਾ ਜੀ ਦੀ ਖੂਬ ਪ੍ਰਸ਼ੰਸਾ ਹੋਈ, ਕਿਉਂਕਿ ਬਾਬਾ ਜੀ ਦੇ ਯਤਨਾਂ ਦੇ ਉਦਮ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ 'ਚੋਂ ਰਿਹਾ ਹੋ ਕੇ ਸਹੀ ਸਲਾਮਤ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਗਏ ਸਨ। ਨਵੇਂ ਵਸਾਏ ਨਗਰ ਦਾ ਨਾਮ ਰੱਖਣਾ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਿਆਸ ਨਦੀ ਦੇ ਕਿਨਾਰੇ ਰੋਹੇਲਾ ਨਾਮ ਦੇ ਇੱਕ ਪਿੰਡ 'ਚ ਠਹਿਰੇ ਸਨ। ਕੁਝ ਸਿੱਖ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ। ਦਰਸ਼ਨ ਇਸ਼ਨਾਨ ਕਰਕੇ ਉੱਥੋਂ ਤਰਨ ਤਾਰਨ ਤੇ ਫਿਰ ਬਾਬਾ ਬੁੱਢਾ ਜੀ ਦੇ ਦਰਸ਼ਨ ਕਰਨ ਲਈ ਉਹਨਾਂ ਪਾਸ ਬੀੜ ਵਿੱਚ ਪਹੁੰਚ ਗਏ। ਸੰਗਤਾਂ ਨੂੰ ਆਇਆਂ ਦੇਖ ਕੇ ਬਾਬਾ ਬੁੱਢਾ ਜੀ ਨੇ ਪੁੱਛਿਆ, ਇਹ ਸੰਗਤ ਕਿੱਥੋਂ ਆਈ ਹੈ? ਸਿੱਖਾਂ ਨੇ ਦੱਸਿਆ, ਬਿਆਸ ਦਰਿਆ ਦੇ ਕਿਨਾਰੇ ਰੋਹੇਲਾ ਪਿੰਡ ਹੈ। ਉੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਗਲਾਂ ਨਾਲ ਯੁੱਧ ਕਰਕੇ ਫਤਿਹ ਪ੍ਰਾਪਤ ਕੀਤੀ ਹੈ ਤੇ ਇੱਕ ਨਵਾਂ ਨਗਰ ਵਸਾਇਆ। ਅਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਉੱਥੇ ਗਏ ਸੀ। ਗੁਰੂ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਉੱਥੋਂ ਆਪ ਜੀ ਪਾਸ ਆ ਰਹੇ ਹਾਂ। ਸਿੱਖਾਂ ਦੇ ਬਚਨ ਸੁਣ ਕੇ ਬਾਬਾ ਬੁੱਢਾ ਜੀ ਦਾ ਵੀ ਮਨ ਕਰ ਆਇਆ, ਗੁਰੂ ਸਾਹਿਬ ਦੇ ਦਰਸ਼ਨ ਕਰਕੇ ਆਇਆ ਜਾਏ। ਬਾਬਾ ਜੀ ਨੇ ਭਾਈ ਗੁਰਦਾਸ ਜੀ, ਜੋ ਕਿ ਉਹਨਾਂ ਦੇ ਨਾਲ ਸਨ, ਨੂੰ ਕਿਹਾ ਕਿ ਸਤਿਗੁਰ ਦੇ ਦਰਸ਼ਨ ਕੀਤਿਆਂ ਕਾਫੀ ਸਮਾਂ ਹੋ ਗਿਆ, ਮਨ ਦਰਸ਼ਨਾਂ ਨੂੰ ਲੋਚਦਾ, ਚਲੋ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਆਈਏ। ਇਹ ਵਿਚਾਰ ਕਰਕੇ ਬਾਬਾ ਬੁੱਢਾ ਜੀ ਨੇ ਭਾਈ ਗੁਰਦਾਸ ਜੀ, ਭਾਈ ਜੋਧ ਜੀ, ਭਾਈ ਅਜਿੱਤਾ ਜੀ, ਭਾਈ ਜੀਵਾ ਜੀ ਨੂੰ ਨਾਲ ਲਿਆ। ਪਹੁੰਚ ਗਏ ਬਿਆਸ ਕਿਨਾਰੇ ਵਰੋਸਾਏ ਨਵੇਂ ਨਗਰ 'ਚ। ਗੁਰੂ ਹਰਗੋਬਿੰਦ ਸਾਹਿਬ ਜੀ ਦੀਵਾਨ 'ਚ ਬੈਠੇ ਕੀਰਤਨ ਸੁਣ ਰਹੇ ਸਨ ਤੇ ਜਦੋਂ ਸਤਿਗੁਰੂ ਜੀ ਨੂੰ ਪਤਾ ਲੱਗਾ ਬਾਬਾ ਬੁੱਢਾ ਜੀ ਭਾਈ ਗੁਰਦਾਸ ਹੋਰ ਸਿੱਖਾਂ ਸਮੇਤ ਇਸ ਨਗਰ 'ਚ ਪਹੁੰਚੇ ਹੈ, ਉਹਨਾਂ ਨੇ ਭਾਈ ਬਿਧੀ ਚੰਦ ਨੂੰ ਕਿਹਾ ਕਿ ਕੁਝ ਸਿੱਖਾਂ ਨੂੰ ਨਾਲ ਲੈ ਜਾਓ, ਬਾਬਾ ਜੀ ਤੇ ਹੋਰ ਸਿੱਖਾਂ ਨੂੰ ਸਤਿਕਾਰ ਸਹਿਤ ਦੀਵਾਨ 'ਚ ਲੈ ਆਓ।
ਜਦੋਂ ਭਾਈ ਬਿਧੀ ਚੰਦ ਜੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਹੋਰ ਸਿੱਖਾਂ ਨੂੰ ਨਾਲ ਲੈ ਕੇ ਦੀਵਾਨ 'ਚ ਪਹੁੰਚੇ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੜੇ ਸਤਿਕਾਰ ਨਾਲ ਬਾਬਾ ਜੀ ਨੂੰ ਨਮਸਕਾਰ ਕੀਤੀ ਤੇ ਆਪਣੇ ਕੋਲ ਬਿਠਾ ਕੇ ਸੁੱਖ ਸਾਂਦ ਪੁੱਛੀ। ਦੂਜੇ ਦਿਨ ਇਸ਼ਨਾਨ ਆਦਿ ਕਰਕੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਤੇ ਹੋਰ ਸਿੱਖਾਂ ਨੂੰ ਨਾਲ ਲੈ ਕੇ ਨਵਾਂ ਵਸਿਆ ਨਗਰ ਦੇਖਣ ਲਈ ਚਲੇ ਗਏ। ਵਾਪਸ ਆ ਕੇ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਦੇ ਸਨਮੁਖ ਨਗਰ ਦੀ ਭਰਪੂਰ ਪ੍ਰਸ਼ੰਸਾ ਕੀਤੀ। ਭਾਈ ਬਿਧੀ ਚੰਦ ਜੀ ਕਹਿਣ ਲੱਗੇ, ਨਗਰ ਤਾਂ ਬਹੁਤ ਸੋਹਣਾ ਬਣ ਗਿਆ, ਪਰ ਹਾਲੇ ਤੱਕ ਇਹਦਾ ਨਾਮ ਨਹੀਂ ਰੱਖਿਆ ਗਿਆ, ਪੁਰਾਣਾ ਨਾਮ ਮਿਟਾ ਦਿੱਤਾ ਗਿਆ। ਇਹ ਗੱਲ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਇਹਦਾ ਨਾਮ ਬਾਬਾ ਬੁੱਢਾ ਜੀ ਰੱਖਣਗੇ। ਬਾਬਾ ਬੁੱਢਾ ਜੀ ਨੂੰ ਪੁੱਛਿਆ, ਕਹਿਣ ਲੱਗੇ, ਜਿਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਵਸਾਏ ਨਗਰ ਦਾ ਨਾਮ ਰਾਮਦਾਸਪੁਰ ਰੱਖਿਆ ਗਿਆ ਹੈ, ਇਸੇ ਤਰ੍ਹਾਂ ਇਸ ਨਗਰ ਦਾ ਨਾਮ ਸ੍ਰੀ ਹਰਗੋਬਿੰਦਪੁਰ ਰੱਖਣਾ ਸ਼ੋਭਨੀਕ ਹੋਏਗਾ। ਸਤਿਗੁਰ ਜੀ ਨੇ ਨਗਰ ਦੇ ਇਸ ਨਾਮ ਦੀ ਪ੍ਰਵਾਨਗੀ ਦੇ ਦਿੱਤੀ। ਹਰ ਪਾਸੇ ਬਾਬਾ ਬੁੱਢਾ ਜੀ ਦੀ ਉਪਮਾ ਹੋਣ ਲੱਗ ਪਈ। ਕੁਝ ਦਿਨ ਸਤਿਗੁਰੂ ਦੀ ਸੇਵਾ 'ਚ ਰਹਿ ਕੇ ਬਾਬਾ ਬੁੱਢਾ ਜੀ ਗੁਰੂ ਜੀ ਦੀ ਆਗਿਆ ਲੈ ਕੇ ਸਿੱਖਾਂ ਸਮੇਤ ਬੀੜ ਨੂੰ ਵਾਪਸ ਚਲੇ ਗਏ। ਬਾਬਾ ਬੁੱਢਾ ਜੀ ਨੇ ਰਾਮਦਾਸ ਜਾਣਾ। ਬਾਬਾ ਬੁੱਢਾ ਜੀ ਦਾ ਸਰੀਰ ਬਹੁਤ ਬਿਰਧ ਹੋ ਚੁੱਕਾ ਸੀ। ਗੁਰੂ ਘਰ ਦੀ ਸੇਵਾ ਕਰਦਿਆਂ ਆਪ ਜੀ ਨੂੰ 100 ਸਾਲ ਤੋਂ ਵੱਧ ਸਮਾਂ ਹੋ ਗਿਆ ਸੀ। ਕੁਝ ਦਿਨ ਪਏ ਤਾਂ ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਪਾਤਸ਼ਾਹ, ਹੁਣ ਮੇਰਾ ਅੰਤਿਮ ਸਮਾਂ ਨੇੜੇ ਆ ਗਿਆ, ਜੇ ਆਪ ਜੀ ਆਗਿਆ ਦਿਓ ਤਾਂ ਮੈਂ ਆਪਣੇ ਨਗਰ ਰਾਮਦਾਸ ਜਾ ਕੇ ਨਿਵਾਸ ਕਰਾਂ। ਗੁਰੂ ਸਾਹਿਬ ਨੇ ਬੜੀ ਪ੍ਰਸੰਨਤਾ ਨਾਲ ਬਾਬਾ ਬੁੱਢਾ ਜੀ ਨੂੰ ਆਗਿਆ ਦਿੱਤੀ। ਕਿਹਾ, ਜੇਕਰ ਆਪ ਜੀ ਦੀ ਕੋਈ ਹੋਰ ਵੀ ਇੱਛਾ ਹੋਵੇ ਹੁਕਮ ਕਰੋ। ਬਾਬਾ ਬੁੱਢਾ ਜੀ ਕਹਿਣ ਲੱਗੇ, ਪਾਤਸ਼ਾਹ, ਮੇਰੀ ਇੱਛਾ ਹੈ ਕਿ ਮੇਰੇ ਅੰਤਿਮ ਸਮੇਂ ਆਪ ਜੀ ਮੇਰੇ ਪਾਸ ਹੋਵੋ। ਗੁਰੂ ਸਾਹਿਬ ਕਹਿਣ ਲੱਗੇ, ਬਾਬਾ ਜੀ, ਅਸੀਂ ਤੁਹਾਡੀ ਇੱਛਾ ਜ਼ਰੂਰ ਪੂਰੀ ਕਰਾਂਗੇ। ਜਦੋਂ ਵੀ ਤੁਸੀਂ ਸੁਨੇਹਾ ਭੇਜੋਗੇ ਅਸੀਂ ਪਹੁੰਚ ਜਾਵਾਂਗੇ। ਗੁਰੂ ਸਾਹਿਬ ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਬਾਬਾ ਬੁੱਢਾ ਜੀ, ਭਾਈ ਜੋਧ ਜੀ, ਭਾਈ ਜੱਤਾ ਜੀ ਤੇ ਭਾਈ ਜੀਵਾ ਜੀ ਨੂੰ ਨਾਲ ਲੈ ਕੇ ਆਪਣੇ ਨਗਰ ਰਾਮਦਾਸ ਵੱਲ ਚੱਲ ਪਏ। ਬਾਬਾ ਜੀ ਨੂੰ ਗੁਰੂ ਸਾਹਿਬ ਤੇ ਸਮੂਹ ਸਿੱਖ ਸੰਗਤਾਂ ਨੇ ਬੜੇ ਵਿਰਾਗ ਤੇ ਸਤਿਕਾਰ ਨਾਲ ਵਿਦਾ ਕੀਤਾ। ਰਾਮਦਾਸ ਪਹੁੰਚ ਕੇ ਵੀ ਬਾਬਾ ਬੁੱਢਾ ਜੀ ਪ੍ਰਭੂ ਭਗਤੀ ਦੇ ਨਾਮ ਸਿਮਰਨ 'ਚ ਲੀਨ ਰਹਿੰਦੇ ਸੀ। ਗੁਰਸਿੱਖਾਂ ਨੂੰ ਸਤਿਗੁਰੂ ਜੀ ਦੇ ਪ੍ਰਸੰਗ ਤੇ ਜਸ ਸਰਵਣ ਕਰਵਾ ਕੇ ਨਿਹਾਲ ਕਰਦੇ ਸਨ। ਅਨੇਕ ਸਿੱਖ ਬਾਬਾ ਜੀ ਦੇ ਦਰਸ਼ਨ ਕਰਨ ਲਈ ਰਾਮਦਾਸ ਆਉਂਦੇ। ਆਪ ਜੀ ਪਾਸੋਂ ਗੁਰੂ ਸਾਹਿਬਾਨ ਦੀ ਕੀਰਤੀ ਤੇ ਗੁਰਬਾਣੀ ਵਿਚਾਰ ਆਦਿ ਸੁਣ ਕੇ ਨਿਹਾਲ ਹੁੰਦੇ। ਬਾਬਾ ਜੀ ਦਾ ਪਰਲੋਕ ਗਮਨ। ਬਾਬਾ ਬੁੱਢਾ ਜੀ ਕਾਫੀ ਬਿਰਧ ਹੋ ਜਾਣ ਕਰਕੇ ਆਪਣੇ ਨਗਰ ਰਾਮਦਾਸ ਵਿੱਚ ਹੀ ਨਿਵਾਸ ਕਰਦੇ ਸਨ। ਜਦੋਂ ਬਾਬਾ ਜੀ ਨੇ ਆਪਣਾ ਅੰਤਿਮ ਸਮਾਂ ਨਜ਼ਦੀਕ ਜਾਣਿਆ ਤਾਂ ਇੱਕ ਸਿੱਖ ਰਾਹੀਂ ਗੁਰੂ ਸਾਹਿਬ ਤੱਕ ਆਪਣਾ ਸੁਨੇਹਾ ਪਹੁੰਚਾਇਆ ਤੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ, ਮੇਰਾ ਅੰਤਿਮ ਸਮਾਂ ਨਜ਼ਦੀਕ ਆ ਗਿਆ, ਕਿਰਪਾ ਕਰਕੇ ਆਪਣੇ ਦਰਸ਼ਨ ਬਖਸ਼ਿਸ਼ ਕਰਕੇ ਨਿਹਾਲ ਕਰੋ। ਜਦੋਂ ਇਹ ਸਿੱਖ ਬਾਬਾ ਬੁੱਢਾ ਜੀ ਦਾ ਸੁਨੇਹਾ ਲੈ ਕੇ ਹਰਗੋਬਿੰਦਪੁਰ ਪਹੁੰਚਿਆ ਤਾਂ ਗੁਰੂ ਸਾਹਿਬ ਦੀਵਾਨ 'ਚ ਬੈਠੇ ਸਨ। ਇਸ ਸਿੱਖ ਨੇ ਬਾਬਾ ਬੁੱਢਾ ਜੀ ਦਾ ਸੁਨੇਹਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੱਕ ਪਹੁੰਚਦਾ ਕਰ ਦਿੱਤਾ। ਦੀਵਾਨ ਦੀ ਸਮਾਪਤੀ ਤੋਂ ਤੁਰੰਤ ਬਾਅਦ ਗੁਰੂ ਸਾਹਿਬ ਨੇ ਰਾਮਦਾਸ ਜਾਣ ਦੀ ਤਿਆਰੀ ਕਰ ਲਈ। ਆਪ ਜੀ, ਭਾਈ ਗੁਰਦਾਸ ਜੀ, ਭਾਈ ਬਿਧੀ ਚੰਦ ਹੋਰ ਮੁਖੀ ਸਿੱਖਾਂ ਨੂੰ ਨਾਲ ਲੈ ਕੇ ਰਾਮਦਾਸ ਵੱਲ ਚੱਲ ਪਏ। ਰਾਮਦਾਸ ਪਹੁੰਚ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਜੀ ਨੂੰ ਮਿਲੇ। ਬਾਬਾ ਬੁੱਢਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ। ਕਹਿਣ ਲੱਗੇ, ਮੇਰਾ ਮਨੋਰਥ ਪੂਰਾ ਹੋ ਗਿਆ। ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਮੈਨੂੰ ਅੰਤਿਮ ਸਮੇਂ ਦਰਸ਼ਨ ਬਖਸ਼ ਕੇ ਮੇਰੇ ਤੇ ਬੇਅੰਤ ਕਿਰਪਾ ਕੀਤੀ ਹੈ। ਬਾਬਾ ਬੁੱਢਾ ਜੀ ਸਾਰੀ ਰਾਤ ਗੁਰੂ ਸਾਹਿਬ ਨਾਲ ਬਚਨ ਬਿਲਾਸ ਕਰਦੇ ਰਹੇ। ਅਗਲੇ ਦਿਨ ਸਵੇਰੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਬਾਬਾ ਜੀ, ਆਪ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਹੁਣ ਤੱਕ ਸਭ ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ ਹੈ। ਅੱਜ ਆਪ ਕਿਰਪਾ ਕਰਕੇ ਗੁਰੂ ਸਾਹਿਬਾਨ ਨਾਲ ਸੰਬੰਧਿਤ ਕੋਈ ਪ੍ਰਸੰਗ ਸੰਗਤਾਂ ਨੂੰ ਸਰਵਣ ਕਰਾਓ। ਸਤਿਗੁਰੂ ਜੀ ਦਾ ਹੁਕਮ ਮੰਨ ਕੇ ਬਾਬਾ ਬੁੱਢਾ ਜੀ ਨੇ ਬਹੁਤ ਸਾਰੇ ਪ੍ਰਸੰਗ ਸੰਗਤਾਂ ਨੂੰ ਸਰਵਣ ਕਰਵਾਏ, ਜਿਨ੍ਹਾਂ ਨੂੰ ਸੁਣ ਕੇ ਗੁਰੂ ਸਾਹਿਬ ਤੇ ਸੰਗਤਾਂ ਬਹੁਤ ਪ੍ਰਸੰਨ ਹੋਈਆਂ। ਬਾਬਾ ਜੀ ਨੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ। ਅਕਾਲ ਪੁਰਖ ਨਾਲ ਬਿਰਤੀ ਜੋੜ ਕੇ ਚਾਦਰ ਤਾਣ ਕੇ ਲੇਟ ਗਏ। ਗੁਰਬਾਣੀ ਦੇ ਕੀਰਤਨ ਦੀ ਧੁਨੀ ਤੇ ਸਤਿਗੁਰ ਦੇ ਦਰਸ਼ਨਾਂ 'ਚ ਲੀਨ ਹੋ ਕੇ ਬਾਬਾ ਬੁੱਢਾ ਜੀ 14 ਮੱਘਰ ਸੰਮਤ 1688 ਸੰਨ 1631 ਨੂੰ ਇਹ ਪੰਜ ਭੂਤਕ ਸਰੀਰ ਤਿਆਗ ਕੇ ਉਸ ਜੋਤ 'ਚ ਵਿਲੀਨ ਹੋ ਗਏ। ਇਸ ਸਮੇਂ ਆਪ ਜੀ ਦੀ ਉਮਰ ਲਗਭਗ 125 ਸਾਲ ਦੀ ਸੀ। ਬਾਬਾ ਜੀ ਦੀ ਮ੍ਰਿਤਕ ਦੇਹ ਨੂੰ ਇਸ਼ਨਾਨ ਕਰਾਇਆ ਗਿਆ। ਉੱਪਰ ਸੁੰਦਰ ਦੁਸ਼ਾਲਾ ਪਾ ਕੇ ਸ਼ਮਸ਼ਾਨ ਘਾਟ ਲਿਜਾਇਆ ਗਿਆ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਬਾਬਾ ਬੁੱਢਾ ਜੀ ਦੀ ਮ੍ਰਿਤਕ ਦੇਹ ਨੂੰ ਚਿਤਾ ਤੇ ਰੱਖਿਆ ਤਾਂ ਆਪ ਜੀ ਦੇ ਨੈਣਾਂ 'ਚੋਂ ਜਲ ਰੂਪੀ ਪਿਆਰ ਭਰੇ ਮੋਤੀ ਛਲਕਾਏ। ਅਰਦਾਸ ਕਰਕੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਜੀ ਦੀ ਮ੍ਰਿਤਕ ਦੇਹ ਦਾ ਸੰਸਕਾਰ ਆਪਣੇ ਹੱਥੀਂ ਕੀਤਾ। ਇਸ ਸਮੇਂ ਬਾਬਾ ਬੁੱਢਾ ਜੀ ਦੇ ਅੰਤਿਮ ਦਰਸ਼ਨ ਕਰਨ ਲਈ ਦੂਰੋਂ ਨੇੜਿਓਂ ਬੇਅੰਤ ਸੰਗਤਾਂ ਪਿੰਡ ਰਾਮਦਾਸ ਵਿਖੇ ਪਹੁੰਚੀਆਂ ਸਨ। ਸੰਸਕਾਰ ਕਰਨ ਤੋਂ ਬਾਅਦ ਸਮੂਹ ਸੰਗਤਾਂ ਨੇ ਸੋਹਿਲਾ ਸਾਹਿਬ ਦਾ ਪਾਠ ਕੀਤਾ। ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ।
ਫਿਰ ਬਾਬਾ ਜੀ ਦੇ ਪਰਲੋਕ ਗਮਨ ਦੇ ਸਬੰਧ 'ਚ ਸਹਿਜ ਪਾਠ ਆਰੰਭ ਕੀਤੇ ਗਏ। ਸਹਿਜ ਪਾਠ ਦੀ ਸਮੁੱਚੀ ਸੇਵਾ ਭਾਈ ਗੁਰਦਾਸ ਜੀ ਨੇ ਨਿਭਾਈ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਜੀ ਦੇ ਅਕਾਲ ਚਲਾਣੇ ਤੋਂ ਲੈ ਕੇ 17ਵੀਂ ਤੱਕ ਰਮਦਾਸ ਹੀ ਰਹੇ। ਜਿਸ ਅਸਥਾਨ 'ਤੇ ਗੁਰੂ ਹਰਗੋਬਿੰਦ ਸਾਹਿਬ 17 ਦਿਨ ਟਿਕੇ ਰਹੇ, ਉਸ ਅਸਥਾਨ 'ਤੇ 6ਵੇਂ ਪਾਤਸ਼ਾਹ ਦਾ ਗੁਰਦੁਆਰਾ ਸ਼ੋਭਤ ਹੈ। 17ਵੇਂ ਦਿਨ ਸਹਿਜ ਪਾਠ ਦੇ ਭੋਗ ਪਾਏ ਗਏ। ਉਪਰੰਤ ਰਾਗੀ ਸਿੰਘਾਂ ਨੇ ਕੀਰਤਨ ਕੀਤਾ। ਇਸ ਸਮੇਂ ਭਾਈ ਗੁਰਦਾਸ ਜੀ ਨੇ ਬਾਬਾ ਬੁੱਢਾ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਸੰਗਤਾਂ ਨੂੰ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਵੀ ਕਿਹਾ। ਇਸ ਤੋਂ ਬਾਅਦ ਭਾਈ ਗੁਰਦਾਸ ਜੀ ਨੇ ਬਾਬਾ ਜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ, ਕੜਾ ਪ੍ਰਸ਼ਾਦ ਦੀ ਦੇਗ ਵਰਤਾਈ। ਇੰਜ ਬਾਬਾ ਬੁੱਢਾ ਜੀ ਇੱਕ ਬੇਹੱਦ ਸਫਲ ਜੀਵਨ ਜੀ ਕੇ ਅਕਾਲ ਪੁਰਖ ਨਾਲ ਇੱਕ ਮਿੱਕ ਹੋ ਗਏ। ਬਾਬਾ ਜੀ ਦਾ ਸਮੁੱਚਾ ਜੀਵਨ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ। ਧੰਨਵਾਦ।